ਸੋ ਅੱਜ ਦੀ ਵੀਡੀਓ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੁਲਾਈ ਵਿੱਚ ਜੋ ਪ੍ਰੀਖਿਆਵਾਂ ਹੋ ਰਹੀਆਂ ਹਨ ਉਹਨਾਂ ਦੇ ਪ੍ਰਸ਼ਨ ਪੱਤਰ ਦੀ ਬਣਤਰ ਬਾਰੇ ਕਿ ਉਹਨਾਂ ਦਾ ਜੋ ਪ੍ਰਸ਼ਨ ਪੱਤਰ ਹੈ, ਜੋ ਕੁਐਸਚਨ ਪੇਪਰ ਹੈ, ਉਸ ਦਾ ਸਟਰਕਚਰ ਕਿਸ ਤਰ੍ਹਾਂ ਦਾ ਹੋਏਗਾ। ਉਸ ਤੋਂ ਬਾਅਦ ਆਪਾਂ ਸਿਲੇਬਸ ਦੀ ਵੀ ਵਿੱਚ ਗੱਲ ਕਰਾਂਗੇ। 6ਵੀਂ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਜੋ ਮੈਥ ਦਾ ਸਿਲੇਬਸ ਹੈ ਉਸ ਦੇ ਬਾਰੇ ਡਿਸਕਸ ਕਰਾਂਗੇ ਅਤੇ ਨਾਲ ਹੀ ਦੇਖਾਂਗੇ ਕਿ ਕਿਹੜੀ ਤਰੀਕ ਨੂੰ ਤੁਹਾਡਾ ਉਹ ਪੇਪਰ ਹੋਏਗਾ ਮੈਥ ਦਾ, ਅਤੇ ਕੁਛ ਪੜ੍ਹਾਂਗੇ ਜ਼ਰੂਰੀ ਹਦਾਇਤਾਂ ਜਿਨ੍ਹਾਂ ਦੀ ਤੁਸੀਂ ਪੇਪਰ ਕਰਦੇ ਹੋਏ ਧਿਆਨ ਰੱਖਣਾ ਹੈ। ਅਤੇ ਆਓ ਪਹਿਲਾਂ ਆਪਾਂ ਜ਼ਰੂਰੀ ਹਦਾਇਤਾਂ ਪੜ੍ਹਦੇ ਹਾਂ, ਉਸ ਤੋਂ ਬਾਅਦ ਆਪਾਂ ਸਿਲੇਬਸ ਦੀ ਗੱਲ ਕਰਾਂਗੇ ਅਤੇ ਸਿਲੇਬਸ ਦੇ ਨਾਲ ਹੀ ਆਪਾਂ ਦੇਖਾਂਗੇ ਕਿ ਉਹ ਜੋ ਪੇਪਰ ਹੈ ਉਹ ਕਿਸ ਤਰੀਕ ਨੂੰ ਆਪਣਾ ਹੋਏਗਾ। ਸੋ ਆਓ ਹੁਣ ਹਦਾਇਤਾਂ ਨੂੰ ਪੜ੍ਹ ਲੈਂਦੇ ਹਾਂ ਜੀ। ਪਹਿਲੀ ਹਦਾਇਤ ਆਪਣੇ ਕੋਲ ਇਸ ਤਰ੍ਹਾਂ ਹੈ ਕਿ ਜੋ ਪ੍ਰੀਖਿਆਵਾਂ ਹਨ ਉਹ ਔਨਲਾਈਨ ਗੂਗਲ ਕੁਇਜ਼ ਦੇ ਰੂਪ ਵਿੱਚ ਹੋਣਗੀਆਂ। ਕਈ ਬੱਚਿਆਂ ਨੂੰ ਕਨਫਿਊਜ਼ਨ ਹੈ ਕਿ ਪੇਪਰ ਔਨਲਾਈਨ ਹੋਣੇ ਹਨ ਜਾਂ ਆਫਲਾਈਨ, ਅਤੇ ਇਹ ਤੁਹਾਨੂੰ ਕਲੀਅਰ ਕੀਤਾ ਜਾਂਦਾ ਹੈ ਕਿ ਜੋ ਪੇਪਰ ਹੈ ਔਨਲਾਈਨ ਉਹ ਗੂਗਲ ਕੁਇਜ਼ ਦੇ ਰੂਪ ਵਿੱਚ ਹੋਣਗੇ, ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਔਨਲਾਈਨ ਪੇਪਰ ਦਿੰਦੇ ਆ ਰਹੇ ਹੋ। ਅਤੇ ਇਸ ਕੁਇਜ਼ ਦੇ ਵਿੱਚ 30 ਪ੍ਰਸ਼ਨ ਹੋਣਗੇ। ਟੋਟਲ ਆਪਣੇ ਕੋਲ ਕੁਐਸਚਨ 30 ਹੋਣਗੇ, ਜਿਨ੍ਹਾਂ ਵਿੱਚੋਂ ਜਿਹੜੇ ਪਹਿਲੇ 20 ਪ੍ਰਸ਼ਨ ਹਨ ਉਹ ਇੱਕ ਨੰਬਰ ਦੇ ਹੋਣਗੇ, ਜਿਨ੍ਹਾਂ ਵਿੱਚ ਬਹੁ ਵਿਕਲਪੀ ਪ੍ਰਸ਼ਨ ਹੋਣਗੇ, ਜਿਸ ਤਰ੍ਹਾਂ ਮਲਟੀਪਲ ਚੋਇਸ ਕੁਐਸਚਨ, ਸਹੀ ਗਲਤ ਜਾਂ ਟਰੂ ਫਾਲਸ, ਖਾਲੀ ਥਾਵਾਂ ਭਰਨ ਵਾਲੇ ਪ੍ਰਸ਼ਨ ਜਿਸ ਨੂੰ ਫਿਲਅਪਸ ਕਹਿ ਦਿੰਦੇ ਹਨ, ਫਿਲ ਇਨ ਦੇ ਬਲੈਂਕਸ ਵਾਲੇ ਪ੍ਰਸ਼ਨ ਹੋਣਗੇ। ਅਤੇ ਇਹ ਟੋਟਲ ਆਪਣੇ ਕੋਲ 20 ਪ੍ਰਸ਼ਨ ਹੋਣਗੇ, ਇੱਕ ਨੰਬਰ ਦੇ ਹੋਣਗੇ, ਅਤੇ 20 ਨੰਬਰ ਆਪਣੇ ਕੋਲ ਇਸ ਪਾਰਟ ਦੇ ਵਿੱਚ ਕਵਰ ਹੋ ਜਾਣਗੇ। ਟੋਟਲ ਆਪਣੇ ਕੋਲ 40 ਨੰਬਰ ਦਾ ਪੇਪਰ ਹੋਏਗਾ। ਪ੍ਰਸ਼ਨ 30 ਹਨ ਪਰ ਜੋ ਪੇਪਰ ਹੈ ਉਹ 40 ਨੰਬਰ ਦਾ ਹੋਏਗਾ। ਇਸੇ ਤਰ੍ਹਾਂ ਤੀਸਰੀ ਇੰਸਟਰਕਸ਼ਨ ਹੈ ਕਿ 21 ਤੋਂ ਲੈ ਕੇ 30 ਤੱਕ ਜੋ ਪ੍ਰਸ਼ਨ ਹਨ ਉਹ 2-2 ਅੰਕ ਦੇ ਹੋਣਗੇ। ਇਹ ਜੋ 10 ਕੁਐਸਚਨ ਹਨ 21 ਤੋਂ ਲੈ ਕੇ 30 ਤੱਕ, ਇਹ 2-2 ਨੰਬਰ ਦੇ ਹੋਣਗੇ, ਅਤੇ 20 ਨੰਬਰ ਇੱਥੇ ਕਵਰ ਹੋ ਜਾਣਗੇ, 20 ਨੰਬਰ ਪਹਿਲੇ ਵਿੱਚ ਕਵਰ ਹੋ ਜਾਣਗੇ। ਟੋਟਲ ਆਪਣੇ ਕੋਲ 40 ਨੰਬਰ ਦਾ ਪੇਪਰ ਬਣੇਗਾ। ਅਤੇ ਇਹ ਪ੍ਰਸ਼ਨ ਜੋ ਹਨ ਉਹ ਭਾਵੇਂ ਬਹੁ ਵਿਕਲਪੀ ਵੀ ਹੋਣਗੇ, ਇਹਨਾਂ ਵਿੱਚ ਬਹੁ ਵਿਕਲਪੀ ਪ੍ਰਸ਼ਨ ਹੀ ਹੋਣਗੇ, ਪਰ ਇਹਨਾਂ ਦਾ ਕਿਉਂਕਿ ਸਾਰੇ ਗੂਗਲ ਕੁਇਜ਼ ਦੇ ਵਿੱਚ ਆਪਾਂ ਸਾਰੇ ਹੀ ਕੁਐਸਚਨ MCQ ਟਾਈਪ ਹੋਣਗੇ, 30 ਦੇ 30 ਕੁਐਸਚਨ, ਪਰ ਇਹਨਾਂ ਦਾ ਜੋ ਉੱਤਰ ਹੈ ਉਹ ਜੋ ਲਾਸਟ 10 ਵਾਲੇ ਕੁਐਸਚਨ ਹਨ, 10 ਕੁਐਸਚਨ ਹਨ ਜੋ 2-2 ਅੰਕ ਵਾਲੇ ਹਨ, ਉਹਨਾਂ ਦਾ ਉੱਤਰ ਪਤਾ ਕਰਨ ਲਈ ਵਿਦਿਆਰਥੀ ਪਹਿਲਾਂ ਕਾਪੀ 'ਤੇ ਇਸ ਦਾ ਹੱਲ ਪਤਾ ਕਰੇਗਾ। ਅਤੇ ਇਹ ਕਾਪੀ ਸਟੂਡੈਂਟ ਤੁਸੀਂ ਸੰਭਾਲ ਕੇ ਰੱਖਣੀ ਹੈ, ਅਲੱਗ ਕਾਪੀ ਲਗਾ ਲੈਣੀ ਹੈ ਕਿ ਜਦੋਂ ਸਕੂਲ ਲੱਗਣਗੇ ਇਹ ਟੀਚਰਸ ਨੂੰ ਤੁਸੀਂ ਆਪਣੀ ਕਾਪੀ ਚੈੱਕ ਕਰਵਾ ਦੇਣੀ ਹੈ ਕਿ ਅਸੀਂ ਜੋ ਪੇਪਰ ਹੈ ਉਹ ਸੋਲਵ ਕਰਕੇ ਹੀ ਕੀਤਾ ਸੀ। ਅਤੇ ਚੌਥਾ ਪੁਆਇੰਟ ਆਪਣੇ ਕੋਲ ਹੈ, ਇਹਨਾਂ ਪ੍ਰੀਖਿਆਵਾਂ ਵਿੱਚ ਪ੍ਰਸ਼ਨ ਅਪ੍ਰੈਲ ਅਤੇ ਮਈ ਮਹੀਨੇ ਵਿੱਚ ਦਿੱਤੇ ਗਏ ਸਿਲੇਬਸ ਵਿੱਚੋਂ ਹੀ ਪੁੱਛੇ ਜਾਣਗੇ। ਇਹ ਜੋ ਸਿਲੇਬਸ ਹੈ ਇਹ ਆਪਣੇ ਕੋਲ ਅਪ੍ਰੈਲ ਅਤੇ ਮਈ ਦਾ ਮਹੀਨੇ ਦਾ ਹੋਏਗਾ, ਅਤੇ ਹੁਣ ਆਪਾਂ ਅੱਗੇ ਇਸ ਸਿਲੇਬਸ ਦੇ ਬਾਰੇ ਵੀ ਡਿਸਕਸ ਕਰਾਂਗੇ ਅਤੇ ਅਪ੍ਰੈਲ ਅਤੇ ਮਈ ਦੇ ਮਹੀਨੇ ਵਿੱਚ ਕਿਹੜੇ ਚੈਪਟਰ ਆਉਣੇ ਹਨ ਅਤੇ ਕਿਹੜੇ ਦਿਨ ਤੁਹਾਡਾ ਉਹ ਪੇਪਰ ਹੋਏਗਾ। ਪੰਜਵੀਂ ਇੰਸਟਰਕਸ਼ਨ ਆਪਣੇ ਕੋਲ ਹੈ ਕਿ ਜੋ 1 ਅੰਕ ਵਾਲੇ ਆਪਾਂ ਪਹਿਲਾਂ ਗੱਲ ਕੀਤੀ ਸੀ 20 ਪ੍ਰਸ਼ਨ, ਉਹਨਾਂ ਵਿੱਚੋਂ ਜੋ 16 ਪ੍ਰਸ਼ਨ ਹਨ ਉਹ ਲਰਨਿੰਗ ਆਊਟਕਮ ਦੇ ਬੇਸ 'ਤੇ ਹੋਣਗੇ। ਉਹਨਾਂ ਵਿੱਚ ਕੁਛ ਨਾ ਕੁਛ ਆਪਾਂ ਨੂੰ ਲਰਨਿੰਗ ਆਊਟਕਮਸ ਦਿੱਤੀ ਹੋਏਗੀ, ਉਹ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਹੈ। ਲਰਨਿੰਗ ਆਊਟਕਮ ਆਪਣੇ ਕੋਲ ਆਪਾਂ ਪਹਿਲਾਂ ਵੀ ਇਸ ਦੇ ਬਾਰੇ ਇੱਕ ਵੀਡੀਓ ਮੈਂ ਬਣਾ ਚੁੱਕਾ ਹਾਂ ਲਰਨਿੰਗ ਆਊਟਕਮ 'ਤੇ, ਅਤੇ ਜੇਕਰ ਉਹ ਵੀਡੀਓ ਤੁਸੀਂ ਨਹੀਂ ਦੇਖੀ ਤਾਂ ਲਰਨਿੰਗ ਆਊਟਕਮ ਵਾਲੀ ਇੱਕ ਵੀਡੀਓ ਤੁਸੀਂ ਜ਼ਰੂਰ ਦੇਖ ਲੈਣੀ ਹੈ। ਅਤੇ ਆਓ ਹੁਣ ਆਪਾਂ ਸਿਲੇਬਸ ਬਾਰੇ ਡਿਸਕਸ ਕਰਦੇ ਹਾਂ ਅਤੇ ਦੇਖਾਂਗੇ ਕਿਸ ਡੇਟ ਨੂੰ ਆਪਣਾ ਉਹ ਪੇਪਰ ਹੋਏਗਾ। ਸੋ ਹੁਣ ਸਿਲੇਬਸ ਨੂੰ ਦੇਖ ਲੈਂਦੇ ਹਾਂ ਜੀ। ਸਿਲੇਬਸ ਆਪਣੇ ਕੋਲ ਮੈਥ ਸਬਜੈਕਟ ਦਾ ਆਪਾਂ ਗੱਲ ਕਰ ਰਹੇ ਹਾਂ 6ਵੀਂ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ। ਅਪ੍ਰੈਲ ਅਤੇ ਮਈ ਦਾ ਸਿਲੇਬਸ ਆਉਣਾ ਹੈ, ਅਤੇ ਆਪਣੇ ਕੋਲ ਇਹ ਜੋ ਟੈਸਟ ਹੋ ਰਿਹਾ ਹੈ 10ਵੀਂ ਕਲਾਸ ਦਾ ਮੈਥ ਦਾ ਉਹ ਹੋਣਾ ਹੈ ਜੀ 12 ਜੁਲਾਈ ਨੂੰ। ਪੇਪਰ ਆਪਣੇ ਕੋਲ 5 ਜੁਲਾਈ ਨੂੰ ਸਟਾਰਟ ਹੋ ਰਹੇ ਹਨ, ਜੁਲਾਈ ਟੈਸਟ ਜੋ ਹੈ, ਲੇਕਿਨ ਜੋ 10th ਕਲਾਸ ਦਾ ਮੈਥ ਦਾ ਪੇਪਰ ਹੈ ਉਹ ਹੋਣਾ ਹੈ 12 ਜੁਲਾਈ ਨੂੰ। ਅਤੇ ਇਸ ਦੇ ਵਿੱਚ ਆਪਣੇ ਕੋਲ 4 ਚੈਪਟਰ ਆ ਰਹੇ ਹਨ। ਦੇਖੋ, ਵਾਸਤਵਿਕ ਸੰਖਿਆਵਾਂ, ਬਹੁਪਦ, 2 ਚਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ ਅਤੇ ਸੰਭਾਵਨਾ। ਅਤੇ ਇਹ ਚੈਪਟਰ ਆਪਣੇ ਕੋਲ ਹੈ ਜੀ ਚੈਪਟਰ ਨੰਬਰ 1, ਚੈਪਟਰ ਨੰਬਰ 2, ਚੈਪਟਰ ਨੰਬਰ 3 ਅਤੇ ਚੈਪਟਰ ਨੰਬਰ 15। ਇਹ 4 ਚੈਪਟਰ ਆਪਣੇ ਕੋਲ ਅਪ੍ਰੈਲ ਮਈ ਸਿਲੇਬਸ ਦੇ ਵਿੱਚ ਆਉਣਗੇ। ਸੋ 9th ਕਲਾਸ ਦਾ ਸਿਲੇਬਸ ਇਸ ਤਰ੍ਹਾਂ ਹੈ ਜੀ ਅਪ੍ਰੈਲ ਮਈ ਦਾ। ਇਸ ਦੇ ਵਿੱਚ ਵੀ ਆਪਣੇ ਕੋਲ 4 ਚੈਪਟਰ ਆ ਰਹੇ ਹਨ, ਸੰਖਿਆ ਪ੍ਰਣਾਲੀ, ਬਹੁਪਦੀ, ਨਿਰਦੇਸ਼ਾਂਕ ਜਮਾਇਤੀ ਅਤੇ ਯੂਕਲਿਡ ਦੀ ਜਮਾਇਤੀ ਦੀ ਜਾਣ ਪਛਾਣ। ਅਤੇ ਇਹ ਆਪਣੇ ਕੋਲ ਚੈਪਟਰ ਨੰਬਰ ਹੈ ਜੀ 1, ਫਿਰ 2, ਅਤੇ ਇਹ ਆਪਣੇ ਕੋਲ ਚੈਪਟਰ ਨੰਬਰ 3 ਹੈ, ਅਤੇ ਯੂਕਲਿਡ ਵਾਲਾ ਚੈਪਟਰ ਨੰਬਰ ਆਪਣੇ ਕੋਲ 5 ਹੈ। ਅਤੇ ਇਸ ਦਾ ਜੋ ਟੈਸਟ ਹੋਣਾ ਹੈ ਆਪਣੇ ਕੋਲ ਉਹ 7 ਜੁਲਾਈ ਨੂੰ ਹੋ ਰਿਹਾ ਜੀ। ਮੈਥ ਦਾ ਜੋ 9th ਕਲਾਸ ਦਾ ਪੇਪਰ ਹੈ ਉਹ 7 ਜੁਲਾਈ ਨੂੰ ਹੋਏਗਾ। 8th ਕਲਾਸ ਦਾ ਸਿਲੇਬਸ ਇਸ ਤਰ੍ਹਾਂ ਹੈ ਜੀ ਅਪ੍ਰੈਲ ਮਈ ਦਾ। ਇਸ ਦੇ ਵਿੱਚ ਵੀ ਆਪਣੇ ਕੋਲ 4 ਚੈਪਟਰ ਆ ਰਹੇ ਹਨ, ਪ੍ਰਮੇਯ ਸੰਖਿਆਵਾਂ, ਇੱਕ ਚਲ ਵਾਲੇ ਰੇਖੀ ਸਮੀਕਰਨ, ਸੰਖਿਆਵਾਂ ਦੇ ਨਾਲ ਖੇਡਣਾ ਅਤੇ ਚਤੁਰਭੁਜਾਵਾਂ ਨੂੰ ਸਮਝਣਾ। ਇਹ ਆਪਣੇ ਕੋਲ ਹੈ ਜੀ ਚੈਪਟਰ ਨੰਬਰ 1, 2, 3 ਅਤੇ ਚੈਪਟਰ ਨੰਬਰ 16। ਅਤੇ 8th ਕਲਾਸ ਦਾ ਜੋ ਪੇਪਰ ਹੈ ਉਹ ਹੋ ਰਿਹਾ ਹੈ ਜੀ 5 ਜੁਲਾਈ ਨੂੰ, ਜਿਸ ਦਿਨ ਪੇਪਰ ਸਟਾਰਟ ਹੋ ਰਹੇ ਹਨ। ਪਹਿਲਾ ਪੇਪਰ ਹੀ ਤੁਹਾਡਾ ਸਟੂਡੈਂਟ ਮੈਥ ਦਾ ਹੋਏਗਾ 8th ਕਲਾਸ ਦਾ।
ਸੋ 7th ਕਲਾਸ ਦੇ ਵਿੱਚ April ਮਈ ਦੇ ਵਿੱਚ ਆਪਣੇ ਕੋਲ 3 ਚੈਪਟਰ ਹਨ। ਸੰਪੂਰਨ ਸੰਖਿਆਵਾਂ, ਅੰਕੜਿਆਂ ਦਾ ਪ੍ਰਬੰਧਨ, ਭਿੰਨਾਂ ਅਤੇ ਦਸ਼ਮਲਵ। ਇਹ ਆਪਣੇ ਕੋਲ ਹੈ ਚੈਪਟਰ ਨੰਬਰ 1, 2 ਅਤੇ 3। ਅਤੇ ਸਟੂਡੈਂਟ 7th ਕਲਾਸ ਦਾ ਜੋ ਪੇਪਰ ਹੈ ਉਹ ਹੋ ਰਿਹਾ ਜੀ ਮੈਥ ਦਾ 14 ਜੁਲਾਈ ਨੂੰ। 14 ਜੁਲਾਈ ਨੂੰ ਤੁਹਾਡਾ ਮੈਥ ਦਾ ਪੇਪਰ ਹੋਏਗਾ। ਹੁਣ 6th ਕਲਾਸ ਦਾ ਸਿਲੇਬਸ April ਮਈ ਦਾ ਇਸ ਤਰ੍ਹਾਂ ਹੈ ਜੀ। ਇਸ ਦੇ ਵਿੱਚ ਆਪਣੇ ਕੋਲ ਚੈਪਟਰ 2 ਹਨ, ਬਟ ਆਪਣੇ ਕੋਲ ਇੱਕ ਬੇਸਿਕ ਕੰਸੈਪਟ ਦੀ ਜੋ ਦੁਹਰਾਈ ਹੈ ਉਹ ਵੀ ਨਾਲ ਆ ਰਿਹਾ ਹੈ ਜੀ। ਅਤੇ ਇਸ ਤਰ੍ਹਾਂ ਆਪਣੇ ਕੋਲ 3 ਟੋਟਲ ਟੋਪਿਕ ਹੋ ਜਾਣਗੇ। ਆਪਣੇ ਕੋਲ ਇੱਕ ਬੇਸਿਕ ਕੰਸੈਪਟ ਦੀ ਦੁਹਰਾਈ ਹੈ, ਅਤੇ ਆਪਣੇ ਕੋਲ ਪਹਿਲਾ ਚੈਪਟਰ ਹੈ ਸੰਖਿਆਵਾਂ, ਆਪਣੀਆਂ ਸੰਖਿਆਵਾਂ ਨੂੰ ਜਾਣਨਾ, ਅਤੇ ਦੂਸਰਾ ਚੈਪਟਰ ਆਪਣੇ ਕੋਲ ਹੈ ਪੂਰਨ ਸੰਖਿਆਵਾਂ। ਅਤੇ ਸਟੂਡੈਂਟ ਇਹ ਜੋ ਪੇਪਰ ਹੈ ਤੁਹਾਡਾ 6 ਜੁਲਾਈ ਨੂੰ ਹੋ ਰਿਹਾ ਹੈ। 5 ਜੁਲਾਈ ਨੂੰ ਤੁਹਾਡੇ ਪੇਪਰ ਸਟਾਰਟ ਹੋਣੇ ਹਨ, ਅਤੇ ਮੈਥ ਦਾ ਪੇਪਰ ਤੁਹਾਡਾ ਦੂਸਰਾ ਹੈ 6 ਜੁਲਾਈ ਨੂੰ ਹੋਏਗਾ। ਸਟੂਡੈਂਟ ਹੋਪ ਕਿ ਤੁਹਾਡੇ ਕਾਫੀ ਜੋ ਡਾਊਟਸ ਹਨ ਪੇਪਰ ਨੂੰ ਲੈ ਕੇ ਉਹ ਕਲੀਅਰ ਹੋ ਗਏ ਹੋਣਗੇ। ਜੇਕਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਦੇਣਾ। ਅਤੇ ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਕਿਸੇ ਵੀ ਸਬਜੈਕਟ ਦੇ ਰਿਲੇਟਡ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ। ਧੰਨਵਾਦ।